ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਮੈਂ ਬਹੁਤ ਹੀ ਇੱਕ ਪ੍ਰਾਈਡਫੁਲ ਮਾਣ ਭਰੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਸਾਡੀ ਕਮਿਊਨਿਟੀ ਲਈ ਇੱਕ ਬਹੁਤ ਹੀ ਇਤਿਹਾਸਿਕ ਅਕੰਪਲਿਸ਼ਮੈਂਟ ਹੈਗੀ। ਆਫ ਕੋਰਸ ਦੁੱਖ ਹੁੰਦਾ ਹੈ ਇਹ सोच के कि इस मुकाम तक सानू क्यों पहुँचना पिया, बट जिस मुकाम ते असी अज खड़े हाँ वो एक इन्नी वड्डी अकम्पलिशमेंट है दैट मैं अंडरस्टेट नहीं कर सकती इस चीज़ नू। आई एम टॉकिंग अबाउट फॉलन ਡੈਪਿਊਟੀ ਸੰਦੀਪ ਸਿੰਘ ਧਾਲੀਵਾਲ, ਜਿਨ੍ਹਾਂ ਨੂੰ 2019 ਦੇ ਵਿੱਚ ਇਨ ਦ ਲਾਈਨ ਆਫ ਡਿਊਟੀ ਇੱਕ ਰੂਟੀਨ ਟ੍ਰੈਫਿਕ ਸਟਾਪ ਦੇ ਵਿੱਚ ਇੱਕ ਅਸੇਲੈਂਟ ਨੇ ਮਾਰਿਆ ਸੀ। ਉਹਨਾਂ ਦੀ ਜੋ ਸ਼ਹੀਦੀ ਹੋਈ ਉਸ ਸ਼ਹੀਦੀ ਨੂੰ ਪੂਰੇ ਟੈਕਸਸ ਸਟੇਟ ਨੇ ਕਿਸ ਤਰ੍ਹਾਂ ਸਨਮਾਨਿਤ ਕੀਤਾ, ਕਿਸ ਤਰ੍ਹਾਂ ਉਹਨਾਂ ਦੀ ਫਿਊਨਰਲ ਸਰਵਿਸ ਨੂੰ ਇੰਨੇ ਵੱਡੇ ਲੈਵਲ ਤੇ ਉਸ ਸਰਵਿਸ ਨੂੰ ਕੀਤਾ। politicians, elected officials from all levels of government ਉਸ ਸਰਵਿਸ ਤੇ ਪਹੁੰਚੇ ਸੀ ਸੰਦੀਪ ਸਿੰਘ ਧਾਲੀਵਾਲ ਦੀ ਸਰਵਿਸ ਤੇ along with thousands of other people, community members, ਉਹਨਾਂ ਦੇ ਪਰਿਵਾਰ ਤੋਂ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਡੈਪਿਊਟੀ ਧਾਲੀਵਾਲ ਦੇ ਲਾਸਟ ਮੂਮੈਂਟਸ ਦੇ ਵਿੱਚ ਉਹਨਾਂ ਨੂੰ ਆਨਰ ਕਰਨ ਲਈ। बट 2019 ਦੇ ਵਿੱਚ ਇਸ ਫਿਊਨਰਲ ਸਰਵਿਸ ਨੇ ਜਿਸ ਤਰ੍ਹਾਂ ਡੈਪਿਊਟੀ ਧਾਲੀਵਾਲ ਨੂੰ ਆਨਰ ਕੀਤਾ, ਉਹ ਸਟੋਰੀ ਉੱਥੇ ਨਹੀਂ ਖਤਮ ਹੁੰਦੀ। ਖਾਸ ਕਰਕੇ ਜਿੱਥੇ ਇਸ ਮੁਲਕ ਦੇ ਵਿੱਚ ਸਾਡੀ ਕਮਿਊਨਿਟੀ ਦੀ ਜੋ ਆਈਡੈਂਟੀਟੀ ਹੈ, ਪਹਿਚਾਨ ਹੈ, ਜੋ ਸਿੱਖਾਂ ਦੀ ਰਿਲੇਸ਼ਨਸ਼ਿਪ ਇੱਥੇ ਦੇ ਪੋਲੀਟੀਸ਼ੀਅਨਸ ਦੇ ਨਾਲ ਹੈਗੀ, ਉਸ ਚੀਜ਼ ਦਾ ਇੱਕ ਪਰਫੈਕਟ ਐਗਜ਼ਾਮਪਲ ਸਾਨੂੰ ਅੱਜ ਵੇਖਣ ਨੂੰ ਮਿਲ ਰਿਹਾ ਕਿ ਡੈਪਿਊਟੀ ਸੰਦੀਪ ਸਿੰਘ ਧਾਲੀਵਾਲ ਨੂੰ ਆਨਰ ਕਰਨ ਲਈ ਨਾ ਕਿ ਸਿਰਫ ਪੂਰੀ ਟੈਕਸਸ ਸਟੇਟ ਨੇ, ਸੈਨੇਟਰਸ ਨੇ, ਕਾਂਗਰਸਮੈਨ ਐਂਡ ਵੂਮਨ ਤੇ ਹਜ਼ਾਰਾਂ ਲੋਕਾਂ ਨੇ ਉਹਨਾਂ ਨੂੰ ਉਸ ਦਿਨ ਆਨਰ ਕੀਤਾ ਫਿਊਨਰਲ ਤੇ, ਬਟ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ, ਮਾਣ ਮਹਿਸੂਸ ਹੋ ਰਿਹਾ ਹੈ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਕਿ ਹਿਊਸਟਨ ਟੈਕਸਸ ਦੇ ਵਿੱਚ ਇੱਕ ਪੋਸਟ ਆਫਿਸ ਨੂੰ ਰੀਨੇਮ ਕੀਤਾ ਗਿਆ ਹੈ ਦੀ ਡੈਪਿਊਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ। ਬਹੁਤ ਇੱਕ ਇਹ ਇਤਿਹਾਸਿਕ ਮੂਮੈਂਟ ਵੀ ਹੈਗਾ, ਇਹ ਇੱਕ ਗਰਵ ਦਾ ਮੂਮੈਂਟ ਹੈਗਾ ਕਿ ਸਾਡੇ ਇੱਕ ਸ਼ਹੀਦ ਸਿੰਘ ਦਾ ਨਾਂ ਇੱਕ ਪੋਸਟ ਆਫਿਸ ਤੇ ਅਫੀਸ਼ੀਅਲ ਤੌਰ ਤੇ ਲੱਗਿਆ ਹੋਇਆ ਹੈ। ਭਾਵੇਂ ਤੁਸੀਂ ਗੂਗਲ ਤੇ ਇਸ ਪੋਸਟ ਆਫਿਸ ਨੂੰ ਸਰਚ ਕਰੋ, ਉੱਥੇ ਡਰਾਈਵ ਕਰਕੇ ਜਾਓ। ਆਈ ਮੀਨ ਦਿਸ ਇਜ਼ ਅ ਜਨਰੇਸ਼ਨਲ ਥਿੰਗ ਐਂਡ ਇਹ ਜੋ ਅਕੰਪਲਿਸ਼ਮੈਂਟ ਹੈਗੀ, ਇਹ ਕੋਈ ਉੱਦਾਂ ਦੀ ਸਿਰਫ ਚੀਜ਼ ਨਹੀਂ ਹੈ ਕਿ ਕਿਸੇ ਵੀ ਤੁਸੀਂ ਬਿਲਡਿੰਗ ਦਾ ਨਾਮ ਚੇਂਜ ਕਰ ਰਹੇ ਹੋ। ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਪੋਸਟ ਆਫਿਸ ਨੂੰ ਰੀਨੇਮ ਕਰਨ ਲਈ ਤੁਹਾਨੂੰ ਕਾਂਗਰਸ ਦਾ ਅਪਰੂਵਲ ਚਾਹੀਦਾ ਹੁੰਦਾ। ਇਟ ਨੀਡਸ ਟੂ ਬੀ ਸਾਈਨਡ ਇਨਟੂ ਲਾਅ, ਇੱਕ ਕਾਨੂੰਨ ਦੇ ਤੌਰ ਤੇ ਇਸ ਨੂੰ ਟ੍ਰੀਟ ਕੀਤਾ ਜਾਂਦਾ ਹੈ। ਐਂਡ ਦੈਟਸ ਐਗਜ਼ੈਕਟਲੀ what happened ਕਿ ਸਾਡੀ ਸਿੱਖ ਕਮਿਊਨਿਟੀ ਦੀ ਜੋ ਐਕਟਿਵਿਜ਼ਮ ਸੀਗੀ, ਲੌਬਿੰਗ ਸੀਗੀ, ਕੁਝ ਸੰਸਥਾਵਾਂ ਦੀ ਐਫਰਟਸ ਸੀਗੀਆਂ, ਉਹਦੇ ਕਰਕੇ ਅੱਜ ਹਿਊਸਟਨ ਦੇ ਵਿੱਚ ਸੰਦੀਪ ਸਿੰਘ ਧਾਲੀਵਾਲ ਦਾ ਨਾਂ ਇੱਕ ਪੋਸਟ ਆਫਿਸ ਤੇ ਹੈਗਾ। ਸੋ ਇਸ ਸਾਰੀ ਚੀਜ਼ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਕੀ ਮਾਇਨੇ ਰੱਖਦੀ ਹੈ ਇਹ ਅਕੰਪਲਿਸ਼ਮੈਂਟ ਸਾਡੀ ਕਮਿਊਨਿਟੀ ਲਈ ਐਂਡ ਕੀ ਲੈਗੇਸੀ ਸੀਗੀ, ਕਿ ਉਹ ਤੁਸੀਂ ਕਹਿ ਲਓ ਉਹ ਅਕੰਪਲਿਸ਼ਮੈਂਟ ਸੀਗੀ ਜੋ ਡੈਪਿਊਟੀ ਧਾਲੀਵਾਲ ਨੇ ਸ਼ਹੀਦ ਹੋਣ ਤੋਂ ਪਹਿਲੇ ਕੀਤੀ ਸਾਡੀ ਕੌਮ ਲਈ। ਡੈਪਿਊਟੀ ਧਾਲੀਵਾਲ ਤੁਹਾਨੂੰ ਹੋਪਫੁਲੀ ਪਤਾ ਹੋਏਗਾ ਹੈਰਿਸ ਕਾਉਂਟੀ ਦੇ ਵਿੱਚ ਟੈਕਸਸ ਦੇ ਵਿੱਚ was the first uniform member ਜਿਨ੍ਹਾਂ ਨੇ ਦਸਤਾਰ ਦੇ ਨਾਲ ਯੂਨੀਫਾਰਮ ਨੂੰ ਪਾਇਆ, that he served with a turban and ਇਹ accommodation ਡੈਪਿਊਟੀ ਧਾਲੀਵਾਲ ਨੂੰ ਆਸਾਨੀ ਦੇ ਨਾਲ ਨਹੀਂ ਮਿਲੀ, ਨਾ ਉਹਨਾਂ ਨੇ ਅਕੇਲੇ ਇਸ ਚੀਜ਼ ਨੂੰ ਹਾਸਲ ਕੀਤਾ, ਬਹੁਤਾਂ ਦਾ ਜੋੜ ਲੱਗਿਆ, ਐਫਰਟਸ ਲੱਗੀਆਂ, ਸਾਲ ਲੱਗ ਗਏ ਇਸ ਚੀਜ਼ ਨੂੰ ਹਾਸਲ ਕਰਨ ਲਈ, ਬਟ ਡੈਪਿਊਟੀ ਧਾਲੀਵਾਲ
proudly एक Sikh turban wearing deputy in the Harris County Sheriff Department which ਸੀਗੇ and ਉਹਨਾਂ ਨੇ ਕਿਸ ਤਰ੍ਹਾਂ ਦੇ ਦਰਵਾਜ਼ੇ ਖੋਲੇ, ਕਿਸ ਤਰ੍ਹਾਂ ਦਾ ਤੁਸੀਂ ਕਹਿ ਲਓ ਰਸਤਾ ਬਣਾਇਆ ਬਾਕੀਆਂ ਲਈ ਇਸ ਮੁਲਕ ਦੇ ਵਿੱਚ। ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਗਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜਨਗੇ ਇੱਕ ਗੈਸਟ, ਇੱਕ ਬਹੁਤ ਹੀ ਸਪੈਸ਼ਲ ਗੈਸਟ ਜੋ ਕਿ ਇਸ ਟੌਪਿਕ ਨੂੰ ਲੈ ਕੇ ਹੋਰ ਜਾਣਕਾਰੀ ਤੁਹਾਡੇ ਨਾਲ ਤੇ ਸਾਡੇ ਨਾਲ ਸ਼ੇਅਰ ਕਰਨਗੇ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਇੱਕ ਬਹੁਤ ਹੀ ਇਤਿਹਾਸਿਕ ਅਕੰਪਲਿਸ਼ਮੈਂਟ ਦੀ ਸਾਡੀ ਕਮਿਊਨਿਟੀ ਲਈ, ਭਾਵੇਂ ਇਹਦਾ ਕਾਰਨ ਇੱਕ ਬਹੁਤ ਹੀ ਟ੍ਰੈਜਿਕ ਦੁੱਖ ਭਰਾ ਕਾਰਨ ਹੈਗਾ। ਇਸ ਮੁਕਾਮ ਤੱਕ ਪਹੁੰਚਣਾ ਸਾਡੀ ਕੌਮ ਲਈ, ਖਾਸ ਕਰਕੇ ਇਸ ਮੁਲਕ ਦੇ ਵਿੱਚ ਇੱਕ ਬਹੁਤ ਵੱਡੀ ਅਕੰਪਲਿਸ਼ਮੈਂਟ ਹੈ। ਬਟ ਕੋਈ ਵੀ ਅਕੰਪਲਿਸ਼ਮੈਂਟ ਹਾਰਡ ਵਰਕ ਤੋਂ ਬਗੈਰ ਨਹੀਂ ਹੁੰਦੀ। ਅਸੀਂ ਭਾਵੇਂ ਸੈਲੀਬ੍ਰੇਟ ਕਰ ਸਕਦੇ ਹਾਂ ਕਿ ਅੱਜ ਅਸੀਂ ਇਸ ਹਿਸਟੋਰਿਕ ਚੀਜ਼ ਨੂੰ ਮਨਾ ਰਹੇ ਹਾਂ ਕਿ ਇੱਕ ਪੋਸਟ ਆਫਿਸ, ਇੱਕ US ਪੋਸਟ ਆਫਿਸ ਨੂੰ ਸਾਡੇ ਇੱਕ ਸਿੱਖ ਸ਼ਹੀਦ ਡੈਪਿਊਟੀ ਦੇ ਆਨਰ ਦੇ ਵਿੱਚ ਰੀਨੇਮ ਕੀਤਾ ਗਿਆ। ਇਸ ਤੁਸੀਂ ਕਹਿ ਲਓ ਕੰਮ ਪਿੱਛੇ ਕਿੰਨਾ ਹਾਰਡ ਵਰਕ ਤੇ ਜੋ ਬਿਹਾਈਂਡ ਦ ਸੀਨਸ ਐਫਰਟਸ ਸੀਗੀਆਂ ਉਹਦੀ ਥੋੜੀ ਜਿਹੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਸਾਡੇ ਕਮਿਊਨਿਟੀ ਲਈ ਵੱਖ-ਵੱਖ ਸੰਸਥਾਵਾਂ ਹਨ ਜੋ ਸਾਡੇ ਇਸ ਮੁਲਕ ਦੇ ਵਿੱਚ ਸਾਡੀ ਆਈਡੈਂਟਿਟੀ, ਸਾਡੇ ਸਿਵਲ ਰਾਈਟਸ, ਲਿਬਰਟੀਜ਼ ਉਹਨਾਂ ਨੂੰ ਪ੍ਰੋਟੈਕਟ ਤੇ ਉਹਨਾਂ ਨੂੰ ਹੋਰ ਵਧਾਉਣ ਲਈ ਕੰਮ ਕਰਦੀਆਂ। ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਇਹੋ ਜਿਹੀ ਇੱਕ ਸੰਸਥਾ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀਗਾ ਇਸ ਅਕੰਪਲਿਸ਼ਮੈਂਟ ਦੇ ਵਿੱਚ ਸਾਡੇ ਨਾਲ ਜੁੜ ਕੇ ਸਾਨੂੰ ਥੋੜੀ ਜਾਣਕਾਰੀ ਦੇ ਸਕਦੇ ਹੈ ਇਸ ਪੂਰੇ ਇਨੀਸ਼ੀਏਟਿਵ ਬਾਰੇ, ਕਿਸ ਤਰ੍ਹਾਂ ਇਹਨੂੰ ਅਚੀਵ ਕੀਤਾ ਗਿਆ। ਸੋ ਆਮ ਵੈਰੀ ਹੈਪੀ ਟੂ ਬ੍ਰਿੰਗ ਔਨ ਦ ਸ਼ੋ ਟੁਨਾਈਟ, ਜੁਆਇਨਿੰਗ ਅਸ ਫਰਮ ਹਿਊਸਟਨ ਟੈਕਸਸ, SALDEF ਆਰਗੇਨਾਈਜੇਸ਼ਨ ਵੱਲੋਂ ਬਾਬੀ ਸਿੰਘ ਜੋ ਕਿ ਰੀਜਨਲ ਡਾਇਰੈਕਟਰ ਹਨ। ਸਭ ਤੋਂ ਪਹਿਲੇ ਬਾਬੀ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। Sat Sri Akal ji, Sat Sri Akal to you and your viewers. Thank you ji, Babaji, so good to have you. Thank you for taking the time out to join us this evening. We know you know, obviously is specific project te tode kinne man hours lage, kinne efforts lagiyan, so we appreciate you taking the time to share some of that information and behind the scenes work with our viewers tonight. Sab to pehle I would like to say congratulations to you, your team. You know, koi bhi cheez eho ji, you know, once again bagair hard work mehnat to nahi hundi. I can only imagine the amount of work it must have taken to get a bipartisan bill signed into law. Let's start there. So पिछले December 2020 ਦੇ ਵਿੱਚ ਇੱਕ ਬਿੱਲ ਜੋ ਇੰਟਰੋਡਿਊਸ ਕੀਤਾ ਗਿਆ ਸੀ by Congresswoman Lizzie Fletcher, Democrat from Texas, ਉਹਨੂੰ ਇੱਕ law ਦੇ ਵਿੱਚ ਸਾਈਨ ਕੀਤਾ ਗਿਆ। So you know the big question here is SALDEF works in this space, ਮਤਲਬ ਪੁਰਾਣੇ ਸਮੇਂ ਤੋਂ ਤੁਸੀਂ ਇਸ ਚੀਜ਼ ਵਿੱਚ ਕੰਮ ਕਰ ਰਹੇ ਹੋ। SALDEF ਇਹੋ ਜਿਹੀ laws ਨੂੰ ਪਾਸ ਕਰਾਉਣ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਦਾ ਹੈ? How do you work with these politicians to get these kind of laws passed? You know, first of all, thank you for having me on your program today, and it's a pleasure to share some of the behind-the-scenes activity that goes on. You know, first things first, right? Ek bande da uprala nahi hunda. You know, it's a collective team effort. There are a lot of moving parts to this, and we have to be persistent to get what we desire, right? So, ਤੁਹਾਨੂੰ ਪਤਾ SALDEF ਤੇ ਤੁਹਾਡੇ viewers ਨੂੰ ਵੀ ਪਤਾ ਹੋਏਗਾ, SALDEF is the oldest civil rights organization that has been promoting equality, justice for all as we run into issues and challenges here on the ground in the US when it comes to the STAR, unemployment issues and challenges at work and so on and so forth, right? So they have been on the ground for many, many years, and they have trained collectively more than 100,000 law enforcement officers with their LEAP program as well. You know, so fortunately in this country, there are, like you said, organizations, advocacy groups who have invested resources, who have brought the expertise on the table, and sharing with the at-large community those resources to empower others, right? And that is really the end game. How do we empower each other? And to me, this is really a story about that more than anything else. You know, so behind the scenes, I'll share this with you. You know, naming a post office is an act of Congress, and literally it is an act of Congress. So, you know, you have 435 members in the House,
And the bill, first of all, has to be passed by a local congressional member, which was Lizzie Fletcher. And then not only she has to file the bill, she has to have a unanimous support from all the congressional members around the Houston area where she serves from. Wow. So she had 7 other colleagues to endorse this. Even if one person says no, it is not bipartisan, which is to see apne opening remarks. So one is that. And then when you file the bill is debated on the floor, and there's a resolution that is eventually passed, which was passed. It was filed in actually October of 2019. It was passed in 2020 spring, and then it went to the Senate, where again the Senate has to have this bill, and they passed the bill, which has 100 senators in the U.S., and it ends up with the president, who may or may not sign it, right? So the president signed it in December of 2020, and the Deputy Dhaliwal Post Office Act was signed into law. And so there those alto kam chal rahe hai. But I'll tell you this with Lizzie. Lizzie attended, along with thousands of people, the funeral of the late Deputy Sandeep Singh Dhaliwal. She left that funeral, which was attended by, I think, 7,000 or 8,000 people in person. And then there were thousands of people who were watching worldwide, the streaming, the social media, so on and so forth. When she left, she said the following. She says, Bobby, I am not going to let his sacrifice be ever forgotten in our community. And that's what the message she left me with. And when she called me several days later, okay, Bobby, this is what I'm thinking. Wow. How would the community receive this? And I said, there wouldn't be a better place to put a memorial for his name and to honor his service, which was wonderful. So Lizzie Fletcher, who is a congressional member here from District 7 in Houston, Texas, really is the key cog in getting us where we are today. You know, I'm so glad that you shared this जानकारी. I mean, I remember that funeral service. ਅਸੀਂ ਵੀ ਉਹਨੂੰ live ਦਿਖਾਇਆ ਸੀ, and ਜਿਸ ਪ੍ਰਸ਼ਾਸਨ ਦੇ ਨਾਲ ਟੈਕਸਸ ਦੇ ਸਾਰੇ authorities and elected officials, I mean, senators were there. The honor that they gave Deputy Dhaliwal in his last moments. Like, of course, dil tutda hai soch ke ki kyun sanu wo cheez karni pੈ ਰਹੀ, but the way they honored him just sent such a message of hope and solidarity to all Sikh Americans कि अगर तुसी इस मुल्क दे विच sacrifice करदे हो, the ultimate sacrifice of your life, that the country appreciates that, right? What a better way कि जिथे साडी दस्तार दी पहचान दी गल आंदी है, जिस तरह Deputy Dhaliwal ने इस चीज़ ਲਈ advocacy कीती and won that right to serve in uniform as a deputy for Harris County with his dastar, कि उन्हां नू county ने किस तरह recognize किता and हाले भी उन्हां नू किस तरह honor कर रही है. You know, I want to talk more about this relationship of the Congress men and women साडी community नाल with folks like you जो on the ground represent करदे हैं, ना कि सिर्फ SALDEF नू होता तुहाडी मतलब proper professional representation है, but to all Sikh Americans throughout the United States, right? How do you cultivate this relationship कि एक Congress woman who is American ਉਹ ਤੁਹਾਨੂੰ ਕਹਿ ਰਹੀ ਹੈ ਕਿ ਤੁਹਾਡੇ ਇੱਕ ਕਮਿਊਨਿਟੀ ਮੈਂਬਰ ਨੂੰ ਜੋ ਸਾਡੇ ਵੀ ਕਮਿਊਨਿਟੀ ਦੇ ਮੈਂਬਰ ਹਨ ਅਸੀਂ ਆਨਰ ਕਰਨਾ ਚਾਹੁੰਦੇ ਹਾਂ? Was that lobbying that took place before that, or what kind of relationship ਜੋ ਤੁਸੀਂ ਪਹਿਲੇ ਤੋਂ cultivate ਕੀਤੀ ਹੋਈ ਸੀ ਜਿਹਦੇ ਕਰਕੇ Congresswoman Fletcher came to you and said ਕਿ ਮੈਂ ਇਹ ਸੋਚ ਰਹੀ ਹਾਂ ਕਿ ਇਸ ਤਰ੍ਹਾਂ ਆਨਰ ਹੋਣਾ ਚਾਹੀਦਾ ਹੈ ਡੈਪੂਟੀ ਧਾਲੀਵਾਲ ਦਾ? I think it's a very good question, and I think that is really the key of how we get as a community collectively where we want to end up, right? कुछ चीज़ें अपने घर वास्ते करते हैं, कुछ ऐसी अपने काम वास्ते करते हैं, but the reality is if we are not thinking about beyond our four walls, we are not winning, right? And I'll share this with you that building relationships and making friends before you need friends is the most important part. ਜਦੋਂ ਸਾਨੂੰ ਕਿਸੇ ਬੰਦੇ ਦੀ ਲੋੜ ਹੈਗੀ ਹੈ ਰਿਲੇਸ਼ਨਸ਼ਿਪ ਅਸੀਂ ਯੂਜ਼ ਕਰਨਾ ਚਾਹੁੰਦੇ ਹਾਂ, it is too late, right? So on the ground, I would say this to you, cultivating
having strong relationships with elected officials, no matter where you are in this country, right? I think having folks that you know on the school boards, your city council members, your elected officials around you, I think it is probably the most critical thing we can do for the next generation is having those relationships, which are great, but then cultivating and feeding those relationships where they know who we are as a community. Once they know you, they have a better appreciation of who we are, what our faith is all about, what values we have, what belief systems we have. And then it's a much easier conversation to have when you actually need relationships to come through for you, right? So relationships can't be built overnight. Yeah. And we have been working in this community 20 plus years to build those relationships. And Deputy Dhaliwal's accommodation policy, which was done by the Harris County Sheriff's Office, comes through that relationship as well, because as you know, law enforcement agencies are not very receptive in making exceptions to the policy they have. So that also came through a relationship with then Sheriff Garcia on the ground, who was kind enough as a friend to look at how we could have much more diverse and inclusive sheriff's department. And we were able to work with that in the legal framework to provide that accommodation policy. So I go back before he started serving to see how we can open doors for others. Wow. I think, and then you end up, which is, you know, it's a sacrifice, and it's an ultimate sacrifice that I think you hope that people in return honor, memorialize, and respect. And it's a gift that Deputy Dhaliwal's service will continue to give this community for years to come. And naming this post office is a generational thing. It's a generational thing. I mean, it'll be there forever. And every time someone goes to the post office, Othe Deputy Sandeep Singh Dhaliwal likhya hona, it will come up on Google Maps when people search for it. I mean, it's a huge, huge deal. And you know, I want to talk to you more about this cultivating relationships and the future, right? Because Deputy Dhaliwal di legacy sirf post office di renaming tak nahi muk jandi. He did something for the community in his county, in his profession, जो एक road map, एक दरवाजा खोल रहा है for young people all over the country, जो that जिन्हां नू choose करना पै रहा है between their religion, their faith, and a career path. So I want to talk to you more about that and how SALDEF has been working and how they, you know, what more you can tell the viewers about the work you're going to continue to do on this front. Ithe ek choti ji break ਲਈ ਸਾਨੂੰ ਰੁਕਣਾ ਪੈ ਬੌਬੀ ਜੀ ਇਸ ਨਾਲ ਜੁੜੇ ਰਹੋ viewers, ਤੁਸੀਂ ਵੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਇਸ ਇਤਿਹਾਸਿਕ ਰੀਨੇਮਿੰਗ ਦੇ ਹਿਊਸਟਨ ਟੈਕਸਸ ਦੇ ਵਿੱਚ ਅੱਜ ਦੀ ਡੇਟ ਇੱਕ ਪੋਸਟ ਆਫਿਸ ਹੈਗਾ ਜਿਹਦਾ ਐਡਰੈਸ 315 Addix Howell Road, ਉਸ ਪੋਸਟ ਆਫਿਸ ਦਾ ਨਾਮ officially by an act of Congress, the Congress of the United States has been renamed the Deputy Sandeep Singh Dhaliwal Post Office. And once again, is uprale de piche, is accomplishment de piche jo hard work hoya hai, jo lessons assi learn kar sakde hain, and jo Deputy Dhaliwal di legacy hegi us cheez nu kis tarah age vadan lai kam kar rahi hai sanstha SALDEF, us cheez te discussion karan lai sanu join kar raha Bobby Singh, Regional Director from Houston, representing SALDEF and Sikhs everywhere. Bobby ji, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। The Sikh American Defense and Education, excuse me, I totally got that wrong. Sikh American Legal Defense and Education Fund, SALDEF, ਸਭ ਤੋਂ ਪੁਰਾਣੀ civil rights and advocacy group United States ਵਿੱਚ ਕੰਮ ਕਰ ਰਹੀ ਹੈ। You know, ਲਗਾਤਾਰ ਤੁਹਾਡੀ ਟੀਮ ਵੱਲੋਂ ਵੱਖ-ਵੱਖ members ਸਾਨੂੰ join ਕਰਦੇ to talk about some of these initiatives, right? But I think the most important one is this relationship with elected officials, just ਤਰ੍ਹਾਂ ਤੁਸੀਂ ਪਹਿਲੇ ਕਹਿ ਰਹੇ ਸੀ. And that's not just about giving votes or giving donations, right? It's about teaching them about our culture. Is bill the jo bipartisan support it included folks like Senator Ted Cruz and Senator John Cornyn, who are hardcore Republicans, and it also, you know, was led by Democrats. So ਸਾਡੀ ਜੋ community, you know, ਜੋ nationwide ਤੁਹਾਨੂੰ ਸੁਣ ਰਹੀ ਹੈ, regardless of their political affiliations, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ in terms of
making these relationships with your politicians, regardless of your party affiliation. It doesn't matter if you're Democrat, but your senator, they're Republican. It's important to have a relationship with them. How do you navigate that? Houston, which is actively kar rahe ho, how do you manage that? Yeah, so you start with Texas as a whole, right, Ashmita? Texas is a Republican state, right? For the last 25 years, there's no statewide elected Democrat, right? So the senators and every slate on a ticket, which is on the statewide, there's no Democrat. They're all Republicans, right? So think about a red state, then there are pockets of Democratic cities, and Houston being one of them, but Harris County is a county. Harris County was a Republican county when the accommodation policy was made by Sheriff Garcia to allow accommodations to happen. Sada jada mang hai na, sadi mang is not for us, not for me, not for you. It's not a difficult thing to ask when we ask and seek equality. When we say we want to be considered, and we are, as a basic human right is equality, right? It's an equal sign. Everybody understands as he math but an equal sign. So equal sign to bend nahi kar sakde. There are two parallel lines, right? If you believe in equality, fundamentally, by the constitution of this country, right, which is beautiful, you cannot bend an equal sign. So saadi jehdi mang hundi hai, saadi jehdi request hundi hai, is always beyond what you can do for me. It is more about what you can do for our community, and our community is all of us. It can't be just the Sikh community. We cannot pick and choose what we want equal to be. Yeah. If we believe in equality, then we have to ensure it's equality for one and all. So that pitch is really received well by Republicans and Democrats equally, because you can't argue the equal sign, so basically that's really our push. And fortunately for us, why leadership is important, why elected officials are important, because if they believe that we may not have to agree on everything, and we can't, and we don't. But if we can agree on a fundamental right that if certain people are serving in law enforcement, if we qualify, we are competent, we pass the exam, we pass the physical exam, what's holding us back, right? And that's now the conversation of tell us why not. And they have a very difficult time to look the other way because we've made our case, right? And such is the case in a red state, Texas, where these kind of initiatives have paid dividends for the community, because you're right. It's not about politics. It's really about relationships, but the relationships who value equality for one and all. I'm glad you brought it back to Texas, right? Because yes, Texas is a very red state, but once again, not just this accommodation, but I have to reiterate, जिन्हों ने वो funeral service नहीं देखी, the way Texas honored Deputy Dhaliwal, it had nothing to do with its, space on the political spectrum, and everything to do with the appreciation of this country, the appreciation it holds for first responders, right? Our men and women in uniform, and इस चीज़ दे विच साडी जो identity हैगी ओदा होना is not just important, it's fundamental to our existence, right? So let's now talk a little bit about that. ਜਦੋਂ 2015 ਦੇ ਵਿੱਚ accommodation ਮਿਲੀ Deputy Dhaliwal ਨੂੰ to wear his articles of faith, what was the fight before that? What did that lobbying process look like, right? Because मैं चाहती हूँ कि तुसी साडे viewers ਨੂੰ जो साडे नौजवान या career already law enforcement officials, uniform military service men and women जो ਤੁਹਾਨੂੰ देख रहे, if they want to follow in the footsteps of Sandeep Dhaliwal, if they want to follow the guidance that एक संस्था like SALDEF can offer them, ਕੀ ਤੁਸੀਂ ਦੱਸ ਸਕਦੇ ਹੋ about the way that Deputy Dhaliwal was able to get that accommodation in Harris County?
Yeah, it's a very good question. I'll try to keep it brief because I've been engaged on the ground on this specific issue for many and many years. Yeah, for example, it is 2008 Thanksgiving weekend. I remember it like yesterday. You know, किसी family de ghar kuch they went for a social event. They came back, and their house was ransacked. It was burglarized. So they called 911, and 911 happened to be the sheriff's deputy came. One deputy came at their house, and there was a young couple with a girl, and then their parents were also in the house. So you had 5 members. Wow. And the deputy walks in, and this was his first interaction with a Sikh member of this community. Yeah. And so starting off at night, walking into a home, and the folks are not familiar to you, right? And it created a whole miscommunication, misunderstanding, where in a very short period of time, handcuffs were put on the parents. And the situation got out of hand, and the junior officer on location called backup. And the backup meant there were 25 plus deputies pulling into this house in the next 15, 20 minutes, thinking to see what's going on. And then eventually a senior officer came on the scene. He assessed the situation that the family that was asking for help is a victim. They are not the aggressors on this discussion, right? So basically, all of this started from a misunderstanding. And why that's as important is from that conversation, I picked up in the phone and called. We had an election. We had a longtime incumbent who lost an election in November, and a new incoming sheriff was coming in, which was Adrian Garcia. He was a city council member at the city of Houston. So we had long relationships with him while he was at city council. But before that, he was a Houston police officer. So being in the Houston police officer, SALDEF and us were teaching at the police academy, which was the training of the officers, how to interact with Sikhs. If you come to our Gurdwara, if you come to our home. So this relationship goes beyond and previous to many years with the police academy. So if you move that forward, we are at that Thanksgiving weekend, which I described to you. And the sheriff said at that point, Bobby, I will come to the Gurdwara Sahib and I will apologize to the Sangat ke jo taadi community de naal hoya, oh theek nahi hoya, te na hi kisi community de naal hona chahiye. He came to the Gurdwara Sahib. He spoke to the community and said, I apologize on behalf of the sheriff's office. It should have never happened. That's one. 2 is he said, if you really want to help me, I want one of you to serve with me. Wow. That was his call. Sandeep Singh Tariwal happened to be sitting at the Sikh Center Gurdwara Sahib, listening to that call from the incoming sheriff. And it took us several years. You know the culture here of law enforcement, it's hard to change. Yes. And we had a lot of education towards the incoming sheriff who happened to be a friend, but still policies are policies. It took us 5, 6, 7 years to work on an accommodation policy with the legal framework to making sure that everything and every box was checkmarked, everything was done appropriately. So it took us a long time, but it really started with the incident of Thanksgiving in 2008, and Sandeep sitting in the audience when the sheriff says, not only I need to be here to apologize, if you want me to change the culture, give me one of yours. And that's the journey of Sandeep Singh Tariwal. Another point I want to reflect back on post offices, right? There are 31,000 plus post offices in the US. And less than 900 post offices are named for individuals because it's considered a very high honor. So you just can't just name any post office for anybody, right? Wow. So this honor is huge. And the only other Sikh, for the perspective of history, the first congressional member ever elected, Dalip Singh's son, was a Sikh from California. There's a post office in California to honor being the first Asian ever to be elected in House of Congress. But this is the first Sikh who's ever been honored in the law enforcement agency because of the sacrifice. And the other point I'll mention to you, you said that very beautifully, which is when why his funeral was attended by so many people, Republicans, Democrats, Independent. Why?
And the reason is the system created barriers for somebody like him to serve. The system created hurdles where the guy couldn't serve, right? So when you have all of these, what I would refer to as old oppressive hurdles, and somebody takes those barriers down, and then he's allowed to serve, his service is impeccable. He can't serve but with a smile. He makes friends, right? And he's solving crime. Yeah. He's making friends. So when you have service with a smile in law enforcement, that's where the love comes from, is because people saw who he was. So the love was genuine, sincere across the board. And that's why you saw outpouring support and love from people all across the political spectrum. What a fascinating story. I'm so ਮੈਨੂੰ ਇੰਨੀ ਮਤਲਬ ਖੁਸ਼ੀ ਹੋ ਰਹੀ ਹੈ ਕਿ ਇਹ ਸਟੋਰੀ ਤੁਸੀਂ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਅੱਜ ਸ਼ੇਅਰ ਕੀਤੀ. How life works, it's so interesting. Sandeep Singh Dhaliwal joined the force in 2009. Shortly after, it seems, ਇਸ ਬੁਲਾਰੇ ਤੋਂ ਬਾਅਦ ਜੋ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੇ ਸੁਣਿਆ, and it was in 2015. 6 ਸਾਲਾਂ ਬਾਅਦ ਜਾ ਕੇ ਉਹ accommodation ਉਹਨਾਂ ਨੂੰ ਮਿਲੀ. What an amazing story. I'm so glad, Babaji, you shared this story with us. Jande jande, I have to ask once again, for those young men and women ਸਾਡੀ community ਤੋਂ ਜੋ ਇਸ ਤਰ੍ਹਾਂ ਦੀ ਕੋਈ accommodation ਚਾਹੁੰਦੇ in their workplace, especially in a place where they serve in uniform, whatever ਕਿਸੇ ਵੀ ਦਾਇਰੇ ਦੇ ਵਿੱਚ ਉਹ ਹੋਏ, ਉਹਨਾਂ ਲਈ ਕੀ advice ਹੈ if they want to get this process started, this ball rolling? Because law enforcement and different parts of the government, they're all they work as independent units. They have their own policies, their own network and structure that you have to change. Deputy Dhaliwal did this in Harris County in Texas, but there's tons of counties and tons of departments all across the country. ਉਹਨਾਂ ਲਈ ਕੀ advice ਤੁਸੀਂ ਦੇਣਾ ਚਾਹੋਗੇ? ਮੈਂ ਤਾਂ ਤੁਹਾਨੂੰ ਇੱਕ example ਦੇ ਸਕਦਾ, simply put. ਦੇਖੋ, Harris County at that time, the sheriff's office in Harris County was the largest law enforcement department that provided an accommodation for a Sikh to serve. Wow. That became a precedent. When you are going to use a precedent as an example, कि भी अगर एक county कर सकती है, why can't you? Yeah. I will give you an example. The constable's office in the sheriff's department here in Texas made an accommodation policy because of that precedent. Fort Bend County Sheriff's Office, which is an adjoining county, allows Sikhs to serve now. City of Houston, which is the second largest or third largest police department in the country, has opened up in 2019 an accommodation policy for Sikhs. Why I shared that with you is this. That was a trailblazing policy that has been used nationwide by different agencies and different people who want to serve. My offer to your audience, to the young generation especially, is there's no better way to serve this country and to be red, white, and blue, but to serve. When you say service, this is fundamental to the Sikh community, right? And if there are any barriers, any hurdles, I think persistence is important. Staying after what you want to actually do in life. This is one of the things that you want to do. And two is there are many more resources now than before when we started this initiative, right? So resources again, we have pro bono lawyers to support this initiative at any place, any entity that you would want assistance with, right? So the offer is there. Aao रल मिल के numbers ਨੂੰ improve करिए. जो तुसी चाहते हो in terms of help, the offer is there to help you. But don't let the opportunity go by because you think, what, I don't want to pick this fight. It's not a fight. It's not a fight anymore. It's not a fight anymore. It's not a fight. It's our right. Ashmita ji, it's our right as Americans to serve. No longer, I hope, accommodation would be a word of the past. I love that. We don't need accommodation
it's our right as US citizens to be able to serve this country. Because we are equal, and those are two straight lines. I love that, and I love this conversation. Thank you so much. Bobby Singh, Regional Director from SALDEF, joined us. You shared some really touching facts and information, inspiring stuff really, and ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਦਰਸ਼ਕਾਂ ਲਈ ਬਹੁਤ ਹੀ important ਜਾਣਕਾਰੀ ਉਹ ਇਹਨੂੰ ਕਿਸ ਨਾ ਕਿਸ ਤਰ੍ਹਾਂ ਇਸਤੇਮਾਲ ਕਰਨਗੇ. But in any case, once again, congratulations to you, your team, and all of those individuals ਜਿਨ੍ਹਾਂ ਦੇ tireless effort ਕਰਕੇ ਨਾ ਕਿ ਸਿਰਫ ਡਿਪਟੀ ਸੰਦੀਪ ਸਿੰਘ ਧਾਲੀਵਾਲ ਕੇਸ ਦੇ ਨਾਲ ਆਪਣੀ ਪੱਗ ਦੇ ਨਾਲ ਸ਼ੈਰਿਫਸ ਡਿਪਾਰਟਮੈਂਟ ਦੇ ਵਿੱਚ ਸਰਵਿਸ ਉਹਨਾਂ ਨੇ ਦਿੱਤੀ, ਬਟ ਉਹਨਾਂ ਦੇ ਆਨਰ ਦੇ ਵਿੱਚ ਇੱਕ ਪੋਸਟ ਆਫਿਸ ਅੱਜ ਐਗਜ਼ਿਸਟ ਕਰਦਾ ਹਿਊਸਟਨ ਟੈਕਸਸ ਦੇ ਵਿੱਚ. Fantastic work. Thank you for joining us. Have a good rest of your day, Bobby Ji. Sat Sri Akal. Sat Sri Akal, and thank you for having me. All the best. ਜੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਬਟ ਹੋਰ ਜਾਣਕਾਰੀ ਇਸ ਸਟੋਰੀ ਨੂੰ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ. ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ. What a story. ਕਿਸ ਤਰ੍ਹਾਂ ਚੀਜ਼ਾਂ ਸ਼ੁਰੂ ਹੁੰਦੀਆਂ, ਕਿਸ ਤਰ੍ਹਾਂ ਇੱਕ ਉਪਰਾਲੇ ਨੇ ਇੱਕ ਡੈਪਿਊਟੀ ਕ੍ਰੀਏਟ ਕੀਤਾ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ, ਇੱਕ ਸਿੱਖ ਨੂੰ ਦਸਤਾਰ ਦੇ ਨਾਲ ਸਰਵ ਕਰਨ ਦਾ ਮੌਕਾ ਦਿੱਤਾ, ਤੇ ਕਿਸ ਤਰ੍ਹਾਂ ਕਮਿਊਨਿਟੀ ਦੀ ਐਫਰਟਸ ਲੱਗੀਆਂ ਇਸ ਚੀਜ਼ ਨੂੰ ਹਾਸਲ ਕਰਨ ਲਈ. ਐਂਡ ਉਹ ਅਲਟੀਮੇਟ ਸੈਕਰੀਫਾਈਸ ਜੋ ਡੈਪਿਊਟੀ ਸੰਦੀਪ ਸਿੰਘ ਧਾਲੀਵਾਲ ਨੇ ਦਿੱਤਾ, ਉਹ ਸੈਕਰੀਫਾਈਸ ਕਰਕੇ ਅੱਜ ਇਸ ਮੁਲਕ ਦੇ ਵਿੱਚ ਵੱਖ ਪੁਲਿਸ ਡਿਪਾਰਟਮੈਂਟਸ, ਸ਼ੈਰਿਫ ਡਿਪਾਰਟਮੈਂਟਸ, ਲਾਅ ਇਨਫੋਰਸਮੈਂਟ ਏਜੰਸੀਜ਼ ਲਈ ਇੱਕ ਦਰਵਾਜ਼ਾ ਖੁੱਲ੍ਹਿਆ ਕਿ ਸਿੱਖਾਂ ਨੂੰ ਦਸਤਾਰ ਦੇ ਨਾਲ ਸਰਵ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ, ਕਿ ਜਿੱਥੇ ਇਸ ਕੰਟਰੀ ਦੀ ਕਨਸਟੀਟਿਊਸ਼ਨ ਸਾਨੂੰ ਇਕੁਆਲਿਟੀ ਪ੍ਰੋਮਿਸ ਕਰਦੀ ਹੈ ਕਿ ਇਹ ਵੀ ਸਾਡਾ ਇਕੁਅਲ ਹੱਕ ਹੈਗਾ ਕਿ ਸਾਡੇ ਆਰਟੀਕਲਸ ਆਫ ਫੇਥ, ਸਾਡੀ ਦਸਤਾਰ, ਸਾਡੀ ਪੱਗ ਸਾਡੇ ਇੱਕ ਸਰੀਰ ਦਾ, ਸਾਡੀ ਆਈਡੈਂਟਿਟੀ ਦਾ ਹਿੱਸਾ ਹਨ, ਐਂਡ ਕੋਈ ਵੀ ਪ੍ਰੋਫੈਸ਼ਨਲ ਡਿਸੀਜਨ ਦੇ ਵਿੱਚ ਉਸ ਚੀਜ਼ ਨੂੰ ਨਾ ਗਿਵ ਅਪ ਕਰੇ. ਇਸ ਕਰਕੇ ਅੱਜ ਅਸੀਂ ਇਸ ਅਕੰਪਲਿਸ਼ਮੈਂਟ ਨੂੰ ਮਨਾ ਰਹੇ ਹਾਂ. ਡੈਪਿਊਟੀ ਸੰਦੀਪ ਸਿੰਘ ਧਾਲੀਵਾਲ ਦੀ ਆਨਰ ਦੇ ਵਿੱਚ ਇੱਕ ਪੋਸਟ ਆਫਿਸ ਨੂੰ ਰੀਨੇਮ ਕੀਤਾ ਗਿਆ, ਉਸ ਚੀਜ਼ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ. once again मैं सिर्फ इस चीज़ ਨੂੰ ਇੱਕ ਵਾਰੀ ਫਿਰ ਤੁਹਾਡੇ ਦੁਹਰਾਉਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਬੋਬੀ ਜੀ ਦੱਸ ਰਹੇ ਸੀ, ਇਸ ਮੁਲਕ ਦੇ ਵਿੱਚ 31,000 ਪੋਸਟ ਆਫਿਸਿਸ ਹਨ, ਤੇ 900 ਤੋਂ ਥੱਲੇ ਉਹਨਾਂ ਦੇ ਵਿੱਚੋਂ ਕਿਸੇ ਇੰਡੀਵਿਜੂਅਲ ਦੇ ਨਾਮ ਕੀਤੇ ਗਏ ਹੈ, ਐਂਡ ਉਹਨਾਂ ਦੇ ਵਿੱਚੋਂ ਸਿਰਫ ਹੁਣ 2 ਆਪਣੇ ਕਮਿਊਨਿਟੀ 2 ਮੈਂਬਰਸ ਹਨ, ਇੱਕ ਦਲੀਪ ਸਿੰਘ ਸੌਂਦ ਤੇ ਹੁਣ ਡੈਪਿਊਟੀ ਸੰਦੀਪ ਸਿੰਘ ਧਾਲੀਵਾਲ, ਜਿਨ੍ਹਾਂ ਦਾ ਨਾਂ ਇੱਕ ਜਨਰੇਸ਼ਨਲ ਤੌਰ 'ਤੇ ਇਸ ਪੋਸਟ ਆਫਿਸ 'ਤੇ ਲੱਗਿਆ ਹੋਏਗਾ. what a moment of pride for us. ਮੈਂ ਜਾਣਦੇ ਨੇ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਵਿਊਅਰਸ ਨੂੰ, ਦਰਸ਼ਕਾਂ ਨੂੰ, ਕਿ ਜ਼ਰੂਰ ਤੁਸੀਂ ਉਹ ਰਿਲੇਸ਼ਨਸ਼ਿਪਸ ਬਣਾਓ ਜਿਸ ਤਰ੍ਹਾਂ ਬੋਬੀ ਜੀ ਕਹਿ ਰਹੇ ਸੀ, ਉਹ ਰਿਲੇਸ਼ਨਸ਼ਿਪਸ ਬਣਾਓ ਸਾਰੇ ਪੋਲੀਟੀਕਲ ਫਿਗਰਸ ਨਾਲ ਜੋ ਤੁਹਾਡੀ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਪਾਵਰ ਹੋਲਡ ਕਰਦੇ ਹੈ, ਭਾਵੇਂ ਤੁਸੀਂ ਉਹਨਾਂ ਦੇ ਲਈ ਵੋਟ ਪਾ ਰਹੇ ਹੋ ਜਾਂ ਉਹਨਾਂ ਨੂੰ ਫੰਡ ਰੇਜ਼ਿੰਗ ਕਰ ਰਹੇ ਹੋ, ਡੋਨੇਟ ਕਰ ਰਹੇ ਹੋ, ਉਹ ਵੱਖਰੀ ਗੱਲ ਹੈ, ਉਹ ਤੁਹਾਡੀ ਪੋਲੀਟੀਕਲ ਇਨਵੋਲਵਮੈਂਟ ਹੈ. ਬਟ ਦਿਸ ਕਾਈਂਡ ਆਫ ਵਰਕ, ਇਹ ਜੋ ਅਕੰਪਲਿਸ਼ ਕੀਤਾ ਗਿਆ ਹਿਊਸਟਨ ਟੈਕਸਸ ਦੇ ਵਿੱਚ, ਭਾਵੇਂ ਉਹ ਡੈਪਿਊਟੀ ਧਾਲੀਵਾਲ ਦੀ ਅਕੋਮੋਡੇਸ਼ਨ ਹੋਏ, ਰਿਲੀਜੀਅਸ ਅਕੋਮੋਡੇਸ਼ਨ, ਜਾਂ ਭਾਵੇਂ ਅੱਜ ਉਹਨਾਂ ਦੇ ਆਨਰ ਦੇ ਵਿੱਚ ਇਸ ਪੋਸਟ ਆਫਿਸ ਦੀ ਰੀਨੇਮਿੰਗ ਹੋਏ, ਇਹ ਸਿਰਫ ਵੋਟਾਂ ਪਾ ਕੇ ਜਾਂ ਨੋਟਾਂ ਦੇ ਕੇ ਨਹੀਂ ਹੁੰਦੀ. ਇਹ ਰਿਲੇਸ਼ਨਸ਼ਿਪਸ ਸਾਲਾਂ ਦੀ ਰਿਲੇਸ਼ਨਸ਼ਿਪਸ ਦੇ ਉੱਤੇ ਹੁੰਦੀਆਂ. ਡਜ਼ਨਟ ਮੈਟਰ ਤੁਸੀਂ ਵੋਟ ਕਿਹਦੇ ਲਈ ਪਾ ਰਹੇ ਹੋ, ਜੋ ਵੀ ਤੁਹਾਡੇ ਕਾਂਗਰਸਮੈਨ, ਵੂਮੈਨ, ਤੁਹਾਡੇ ਸੈਨੇਟਰਸ, ਤੁਹਾਡੇ ਲੋਕਲ ਸਿਟੀ ਕਾਉਂਸਲ, ਤੁਹਾਡੇ ਸ਼ੈਰਿਫ ਡਿਪਾਰਟਮੈਂਟ ਦੇ ਹੈਡ, ਉਹਨਾਂ ਦੇ ਨਾਲ ਉਹ ਰਿਲੇਸ਼ਨਸ਼ਿਪ ਕਲਟੀਵੇਟ ਕਰੋ. ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਸੱਦੋ, ਉਹਨਾਂ ਨੂੰ ਰੀਚ ਆਊਟ ਕਰੋ ਐਂਡ ਕਹੋ ਕਿ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕੀ ਅਵੇਅਰਨੈਸ ਹੈਗੀ ਸਿੱਖ ਕਮਿਊਨਿਟੀ ਨੂੰ ਲੈ ਕੇ, ਅਗਰ ਨਹੀਂ ਹੈ ਤਾਂ ਅਸੀਂ ਆ ਕੇ ਤੁਹਾਨੂੰ ਐਜੂਕੇਟ ਕਰਾਂਗੇ. ਅਗਰ ਤੁਹਾਨੂੰ ਇਸ ਚੀਜ਼ ਦੇ ਵਿੱਚ ਕਿਸੇ ਦੀ ਹੈਲਪ ਚਾਹੀਦੀ ਹੈ, ਗਾਈਡੈਂਸ ਚਾਹੀਦੀ ਹੈ, ਮਟੀਰੀਅਲ ਚਾਹੀਦਾ ਹੈ, ਲੀਗਲ ਹੈਲਪ ਚਾਹੀਦੀ ਹੈ, ਕੁਝ ਵੀ ਚਾਹੀਦਾ ਹੈ, ਤੁਹਾਡੇ ਕੋਲ ਹੁਣ ਲੰਬੀ ਲਿਸਟ ਹੈਗੀ ਰਿਸੋਰਸਿਸ ਦੀ, ਲਾਈਕ SALDEF, ਜੋ ਇੱਕ ਬਹੁਤ ਵਧੀਆ ਰਿਸੋਰਸ ਹਨ. ਸੋ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਸਾਡੇ
ਗੈਸਟ ਲਈ। ਕੋਈ ਵੀ ਕੁਐਸਚਨਸ ਕਮੈਂਟਸ ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ, ਖੁਸ਼ੀ ਨਾਲ ਤੁਹਾਡੀ ਹੈਲਪ ਕਰਾਂਗੇ ਇਸ ਇਨੀਸ਼ੀਏਟਿਵ ਦੇ ਵਿੱਚ। info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।